ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੈਲਾਸ਼ ਫਾਈਨੈਂਸ਼ੀਅਲ ਸਰਵਿਸਿਜ਼ ਫਲੋਰ ਵਿੱਚ ਆਪ ਜੀ ਦਾ ਸਵਾਗਤ ਹੈ। ਆਪ ਨੂੰ ਜੀ ਆਇਆ ਆਖਦੇ ਹਾਂ। ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਤੁਹਾਡਾ ਪਰਿਵਾਰ ਕੁਸ਼ਲ ਮੰਗਲ ਹੋਵੇ, ਸੁੱਖ ਸ਼ਾਂਤੀ ਹੋਵੇ ਹਰ ਪਾਸੇ। ਆਪ ਜੀ ਨੇ ਇੱਕ ਵਾਅਦਾ ਕੀਤਾ ਸੀ ਕਿ ਸ਼ੇਅਰ ਮਾਰਕੀਟ ਦੀ ਇੱਕ ਆਪਾਂ ਲੜੀ ਚਲਾਉਣ ਜਾ ਰਹੇ ਹਾਂ ਜੋ ਕਿ ਪੂਰੀ ਤਰ੍ਹਾਂ ਪੰਜਾਬੀ 'ਚ ਹੋਏਗੀ। ਇਹ ਲੜੀ 'ਚ ਟੋਟਲ 35 ਚੈਪਟਰ ਹੋਣਗੇ। ਕੱਲ੍ਹ ਆਪਾਂ ਇੱਕ ਚੈਪਟਰ ਤੁਹਾਨੂੰ ਸਾਰਿਆਂ ਨੂੰ ਰੂਬਰੂ ਕਰਾਇਆ ਸੀਗਾ ਔਰ ਉਮੀਦ ਕਰਦਾ ਕਿ ਤੁਸੀਂ ਕਾਫੀ ਕੁਛ ਉਹਨਾਂ 'ਚ ਗਿਆਨ ਪ੍ਰਾਪਤ ਕੀਤਾ ਹੋਊਗਾ। ਅੱਜ ਆਪਾਂ ਚੈਪਟਰ 2 ਲੈ ਕੇ ਤੁਹਾਡੇ ਅੱਗੇ ਆਏ ਹਾਂ। ਤੁਹਾਡੇ ਹਜ਼ੂਰ 'ਚ ਤੁਹਾਨੂੰ ਚੈਪਟਰ 2 ਨਾਲ ਰੂਬਰੂ ਕਰਾਉਣ ਲੱਗੇ ਹਾਂ। ਉਸ ਤੋਂ ਪਹਿਲਾਂ ਮੈਂ ਕੈਲਾਸ਼ ਫਾਈਨੈਂਸ਼ੀਅਲ ਸਰਵਿਸਿਜ਼ ਦੀ ਕੁਛ ਸਰਵਿਸਿਜ਼ ਬਾਰੇ ਤੁਹਾਨੂੰ ਦੱਸ ਦਿੰਦਾ। ਆਪ ਚੰਗੀ ਤਰ੍ਹਾਂ ਜਾਣਦੇ ਹੀ ਹੋ ਕਿ ਅਸੀਂ ਬੱਚਿਆਂ ਨੂੰ ਸ਼ੇਅਰ ਮਾਰਕੀਟ ਟ੍ਰੇਨਿੰਗ ਦਿੰਦੇ ਹਾਂ। ਇਹ ਟ੍ਰੇਨਿੰਗ ਤੋਂ ਬਾਅਦ ਬੱਚੇ ਬੜੇ ਆਰਾਮ ਨਾਲ ਆਪਣੇ ਘਰ ਬੈਠ ਕੇ ਪੈਸੇ ਕਮਾ ਸਕਦੇ ਨੇ। ਅਸੀਂ ਆਪ ਜੀ ਨੂੰ ਸਰਵਿਸ ਦਿੰਦੇ ਹਾਂ। ਤੁਹਾਡਾ ਪੋਰਟਫੋਲੀਓ ਅਸੀਂ ਹੈਂਡਲ ਕਰਦੇ ਹਾਂ। ਤੁਹਾਡੇ ਪੈਸੇ ਤੁਹਾਡੇ ਕੋਲ ਹੀ ਰਹਿੰਦੇ ਨੇ। ਸਿਰਫ ਅਸੀਂ ਪੋਰਟਫੋਲੀਓ ਹੈਂਡਲ ਕਰਦੇ ਹਾਂ। ਉਹਦੇ ਲਈ ਸਾਡੀ ਕਈ ਸੇਵਾਵਾਂ ਨੇ। ਤੁਸੀਂ ਫੋਨ ਕਰਕੇ ਮੈਨੂੰ ਕੋਈ ਵੀ ਸੇਵਾਵਾਂ ਲੈ ਸਕਦੇ ਹੋ। ਸਾਡੀ ਟੀਮ 1 ਸਾਲ ਦੇ ਵਿੱਚ ਲਗਭਗ ਤੁਹਾਡੇ ਪੈਸੇ ਡਬਲ ਕਰ ਦਿੰਦੀ ਹੈ ਔਰ ਇਹ ਸਰਵਿਸ ਬਹੁਤ ਲੋਕਾਂ ਨੇ ਲਈ ਵੀ ਆ। ਤੁਸੀਂ ਵੀ ਸਰਵਿਸ ਲੈ ਸਕਦੇ ਹੋ। ਮੇਰਾ ਮੋਬਾਈਲ ਨੰਬਰ ਨੋਟ ਕਰੋ 9463627271। ਦੁਬਾਰਾ ਫਿਰ ਰਿਪੀਟ ਕਰਦਾ 9463627271। ਜੇ ਤੁਹਾਨੂੰ ਇਹ ਵੀਡੀਓ ਪਸੰਦ ਆਵੇ ਤਾਂ ਇਹਨੂੰ ਲਾਈਕ ਕਰਿਓ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਔਰ ਇਹਨੂੰ ਸ਼ੇਅਰ ਵੀ ਕਰਿਓ ਕਿ ਹੋਰ ਲੋਕ ਵੀ ਇਹਦਾ ਫਾਇਦਾ ਲੈ ਸਕਣ। ਕੱਲ੍ਹ ਆਪਾਂ ਗੱਲ ਕੀਤੀ ਸੀ ਵੀ ਸ਼ੇਅਰ ਮਾਰਕੀਟ ਕਿਉਂ ਜ਼ਰੂਰੀ ਹੈ। ਅੱਜ ਆਪਾਂ ਚੈਪਟਰ 2 ਸ਼ੁਰੂ ਕਰਨ ਜਾ ਰਹੇ ਹਾਂ ਵੀ ਸ਼ੇਅਰ ਮਾਰਕੀਟ ਹੁੰਦੀ ਕੀ ਆ, ਸ਼ੇਅਰ ਮਾਰਕੀਟ ਦਾ ਢਾਂਚਾ ਕੀ ਹੈ, ਇਹ ਬਣਦੀ ਕਿੱਦਾਂ, ਇਹਦੇ 'ਚ ਕੰਮ ਕਿੱਦਾਂ ਹੁੰਦਾ। ਆਪਾਂ ਅੱਜ ਇਹਦੇ ਉੱਪਰ ਚਰਚਾ ਕਰਾਂਗੇ। ਵੀਡੀਓ ਜ਼ਿਆਦਾ ਲੰਬੀ ਬਣਾਉਣ ਦੀ ਕੋਸ਼ਿਸ਼ ਨਹੀਂ ਕਰਾਂਗੇ, ਛੋਟੀ ਹੀ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਪਰ ਫਿਰ ਵੀ ਇਹ ਫੀਲਡ ਇੰਨਾ ਵਿਸਤਾਰ ਵਿੱਚ ਫੈਲਿਆ ਹੋਇਆ ਹੈ ਕਿ ਬਹੁਤ ਕੋਸ਼ਿਸ਼ ਕਰਨ ਤੋਂ ਬਾਅਦ ਵੀ ਵੀਡੀਓ ਥੋੜ੍ਹੀ ਜਿਹੀ ਲੈਂਥੀ ਬਣ ਜਾਂਦੀ ਆ, ਲੰਬੀ ਬਣ ਜਾਂਦੀ ਆ। ਆਪਾਂ ਕੋਸ਼ਿਸ਼ ਕਰਾਂਗੇ ਥੋੜ੍ਹੇ ਟਾਈਮ ਵਿੱਚ ਇਸ ਨੂੰ ਕਵਰ ਕਰੀਏ। ਸ਼ੇਅਰ ਮਾਰਕੀਟ ਕੀ ਹੁੰਦੀ ਆ। ਸਪੋਜ਼ ਮੰਨ ਲਓ ਤੁਹਾਡੇ ਕੋਲ ਕੋਈ ਬਿਜ਼ਨਸ ਦਾ ਆਈਡੀਆ ਵੀ ਆ ਅਤੇ ਤੁਹਾਡੇ ਕੋਲ ਪੂੰਜੀ ਵੀ ਆ, ਪੈਸਾ ਵੀ ਆ। ਮੰਨ ਲਓ ਤੁਹਾਡੇ ਕੋਲ ਜੋ ਆਈਡੀਆ ਹੈਗਾ ਔਰ ਤੁਸੀਂ ਕੋਈ ਕਾਰਖਾਨਾ ਸ਼ੁਰੂ ਕਰਨਾ ਜਾ ਰਹੇ ਹੋ, ਕੋਈ ਬਿਜ਼ਨਸ ਸ਼ੁਰੂ ਕਰਨ ਜਾ ਰਹੇ ਹੋ ਅਤੇ ਉਹਦਾ ਜਿਹੜਾ ਬਜਟ ਆ ਕਾਰਖਾਨੇ ਦਾ ਕੋਈ 25 ਕੁ ਲੱਖ ਰੁਪਇਆ ਆਪਾਂ ਮੰਨ ਕੇ ਚੱਲਦੇ ਹਾਂ। ਨੋਰਮਲੀ 25 ਕੁ ਲੱਖ ਦਾ ਕੋਈ ਖਰਚਾ ਕੋਈ ਕਾਰਖਾਨੇ ਦਾ, ਕੋਈ ਬਿਜ਼ਨਸ ਦਾ ਹੋ ਸਕਦਾ ਹੈ। ਤੁਹਾਡੇ ਕੋਲ ਇਸ ਸਮੇਂ 5 ਲੱਖ ਰੁਪਇਆ ਹੈ, ਤੁਹਾਨੂੰ 20 ਲੱਖ ਰੁਪਏ ਦੀ ਹੋਰ ਲੋੜ ਆ ਤਾਂ ਤੁਸੀਂ ਕੀ ਕਰੋਗੇ? ਬੈਂਕ ਕੋਲ ਜਾਓਗੇ ਲੋਨ ਲੈਣ ਵਾਸਤੇ, ਕਿਸੇ ਫਾਈਨੈਂਸ਼ੀਅਲ ਇੰਸਟੀਚਿਊਟ ਕੋਲ ਜਾਓਗੇ ਲੋਨ ਲੈਣ ਵਾਸਤੇ। ਸਪੋਜ਼ ਮੰਨ ਲਓ ਤੁਸੀਂ ਕਿਸੇ ਬੈਂਕ ਕੋਲ ਲੋਨ ਲੈਣ ਜਾਂਦੇ ਹੋ ਤਾਂ ਤੁਹਾਨੂੰ ਉਹ ਲੋਨ ਦੇਣਗੇ ਵੀ। ਉਹਨਾਂ ਦਾ ਕੋਈ ਵਿਆਜ 12 ਤੋਂ 14% ਉਹਨਾਂ ਦਾ ਕੋਈ ਵਿਆਜ ਵੀ ਹੁੰਦਾ ਹੈ ਜੋ ਤੁਹਾਡੇ ਕੋਲ ਲੈਣਗੇ। ਤੁਹਾਡੇ ਕੋਲ ਬੈਂਕ ਗਰੰਟੀ ਵੀ ਮੰਗੀ ਜਾਏਗੀ, ਬੈਂਕ ਗਰੰਟੀ ਲਈ ਜਾਏਗੀ। ਬੈਂਕ ਗਰੰਟੀ ਵਿੱਚ ਜੇ ਤੁਹਾਨੂੰ 20 ਲੱਖ ਦਾ ਲੋਨ ਦਿੰਦੇ ਵੀ ਆ ਅਤੇ ਤੁਹਾਡਾ ਪਲੋਟ ਨੂੰ ਵੀ ਉਹਨਾਂ ਨੇ ਗਹਿਣੇ ਰੱਖਣਾ ਆਪਣੇ ਕੋਲ, ਤੁਹਾਡੀ ਮਸ਼ੀਨਰੀ ਵੀ ਸਾਰੀ ਆਪਣੇ ਕੋਲ ਗਹਿਣੇ ਰੱਖਣਗੇ। ਹਰ ਮਹੀਨੇ ਤੁਹਾਨੂੰ ਆਪਣੇ ਲੋਨ ਦੀ ਕਿਸ਼ਤ ਮੋੜਨੀ ਪੈਣੀ ਹੈ ਵਿਆਜ ਦੇ ਨਾਲ। ਕੋਈ ਵੀ ਕਾਰਖਾਨਾ, ਕੋਈ ਵੀ ਬਿਜ਼ਨਸ ਸ਼ੁਰੂ ਕੀਤਾ ਜਦੋਂ ਜਾਂਦਾ ਤਾਂ ਸ਼ੁਰੂਆਤ ਵਿੱਚ ਜਿਹੜਾ ਪਹਿਲਾ 1 ਸਾਲ ਹੁੰਦਾ ਉਹਦੇ ਵਿੱਚ ਕੋਈ ਬਾਹਲੀ ਆਮਦਨ ਨਹੀਂ ਹੁੰਦੀ। ਫੇਸ ਟੂ ਫੇਸ ਕੋਈ ਜ਼ਿਆਦਾ ਉਹਦੇ 'ਚ ਕੋਈ ਆਮਦਨ ਦਾ ਸਾਧਨ ਨਹੀਂ ਬਣ ਪਾਉਂਦਾ ਕਿਉਂਕਿ ਮਾਰਕੀਟ 'ਚ ਤੁਸੀਂ ਬਿਲਕੁਲ ਨਵੇਂ ਹੋ
ਤੁਹਾਨੂੰ ਆਪਣੇ ਗ੍ਰਾਹਕ ਬਣਾਉਣੇ ਪੈਣੇ ਆ। ਆਪਣੇ ਪ੍ਰੋਡਕਟ ਦੀ ਤੁਹਾਨੂੰ ਪਬਲਿਸਿਟੀ ਕਰਨੀ ਪੈਣੀ ਆ ਕਿ ਉਹ ਤੁਹਾਡੇ ਪ੍ਰੋਡਕਟ ਵਿਕੇ। ਪਰ ਤੁਹਾਡੇ ਤੋਂ ਪਹਿਲਾਂ ਵੀ ਕਈ ਹੋਰ ਤਰ੍ਹਾਂ ਦੇ ਬਿਜ਼ਨਸਮੈਨ ਬੰਦੇ ਜਿਨ੍ਹਾਂ ਨੇ ਬਿਜ਼ਨਸ ਬਹੁਤ ਚਿਰ ਤੋਂ ਚਲਾਇਆ ਹੋਇਆ, ਉਹ ਟ੍ਰੇਡਮਾਰਕ ਉਹਨਾਂ ਦਾ ਬੜਾ ਕਾਮਯਾਬ ਆ, ਉਹ ਵਿਕ ਰਿਹਾ ਹੈਗਾ। ਉਹ ਤੁਹਾਡੀ ਪ੍ਰੋਡਕਟ ਨੂੰ ਮਹਿੰਗੀ ਪ੍ਰੋਡਕਟ ਵਿਕ ਰਹੀ ਆ, ਉਹ ਲੋਕ ਲੈ ਵੀ ਰਹੇ ਨੇ। ਤੁਹਾਨੂੰ ਸਮੇਂ ਲੱਗੇਗਾ ਮਾਰਕੀਟਿੰਗ ਕਰਨ ਨੂੰ, ਆਪਣੇ ਪ੍ਰੋਡਕਟ ਨੂੰ ਮਾਰਕੀਟ 'ਚ ਲਾਂਚ ਕਰਨ ਲਈ ਤੁਹਾਨੂੰ ਸਮੇਂ ਲੱਗੇਗਾ। ਕੁਝ ਸਮੇਂ ਤੋਂ ਬਾਅਦ ਤੁਹਾਨੂੰ ਆਮਦਨ ਹੋਣੀ ਵੀ ਸ਼ੁਰੂ ਹੋਏਗੀ। ਬੈਂਕ ਨੇ ਹਰ ਮਹੀਨੇ ਤੁਹਾਡੇ ਕੋਲ ਵਿਆਜ ਵੀ ਲੈਣਾ ਹੈ ਅਤੇ ਆਪਣੀ ਮੂਲ ਜਿਹੜੇ ਉਹਨੇ ਤੁਹਾਨੂੰ ਪੈਸਾ ਦਿੱਤਾ ਹੋਇਆ ਹੈ ਉਹ ਵੀ ਉਹਨਾਂ ਨੇ ਵਾਪਸ ਤੁਹਾਡੇ ਕੋਲ ਲੈਣਾ ਹੈ। ਉਹ ਤੁਹਾਨੂੰ ਕਾਫੀ ਮਹਿੰਗਾ ਪੈਂਦਾ ਹੈ, ਕਿਉਂਕਿ ਸ਼ੁਰੂਆਤ 'ਤੇ ਸਾਨੂੰ ਕੈਪੀਟਲ ਦੀ ਲੋੜ ਜ਼ਿਆਦਾ ਹੁੰਦੀ ਹੈ। ਸਾਨੂੰ ਆਪਣਾ ਮਾਲ ਉਧਾਰ ਵੀ ਦੇਣਾ ਪੈਂਦਾ ਹੈ, ਜੋ ਕਿ ਕੁਛ ਚਿਰ ਤੋਂ ਬਾਅਦ ਸਾਨੂੰ ਉਹਦੀ ਪੇਮੈਂਟ ਆਉਣੀਆਂ ਸ਼ੁਰੂ ਹੁੰਦੀਆਂ ਹੈ। ਤਾਂ ਅਸੀਂ ਨਵੀਂ ਡਿਵੈਲਪਮੈਂਟ ਨਹੀਂ ਕਰ ਪਾਉਂਦੇ ਆਪਣੇ ਕੰਮ ਵਿੱਚ ਜੇ ਅਸੀਂ ਬੈਂਕ ਤੋਂ ਲੋਨ ਲੈਂਦੇ ਹਾਂ। ਫਿਰ ਦੂਜਾ ਸਾਡੇ ਕੋਲ ਆਪਸ਼ਨ ਕੀ ਆ, ਅਸੀਂ ਕੀ ਕਰ ਸਕਦੇ ਹਾਂ। ਸਾਨੂੰ ਬੈਂਕ ਕੋਲ ਨਾ ਜਾਣਾ ਪਵੇ, ਸਾਨੂੰ ਉਹਨਾਂ ਕੋਲ ਲੋਨ ਨਾ ਲੈਣਾ ਪਵੇ, ਸਾਨੂੰ ਉਹਨਾਂ ਨੂੰ ਹਰ ਮਹੀਨੇ ਕਿਸ਼ਤ ਨਾ ਦੇਣੀ ਪਵੇ, ਸਾਨੂੰ ਉਹਨਾਂ ਨੂੰ ਵਿਆਜ ਨਾ ਦੇਣਾ ਪਵੇ, ਤਾਂ ਅਸੀਂ ਕੀ ਕਰਦੇ ਹਾਂ। ਤਾਂ ਅਸੀਂ ਆਪਣੇ ਸੱਜਣ ਮਿੱਤਰਾਂ ਨੂੰ, ਦੋਸਤਾਂ ਨੂੰ ਅਸੀਂ ਆਪਣਾ ਪ੍ਰੋਜੈਕਟ ਦੱਸਦੇ ਹਾਂ। ਉਹਨਾਂ ਨੂੰ ਦੱਸਦੇ ਹਾਂ ਕਿ ਸਾਡੇ ਕੋਲ ਇੱਕ ਆਹ ਪ੍ਰੋਜੈਕਟ ਹੈ, ਇਹਦੇ ਕੋਲ 25 ਕੁ ਲੱਖ ਰੁਪਏ ਦਾ ਖਰਚਾ ਹੈ, 5 ਕੁ ਲੱਖ ਰੁਪਇਆ ਮੇਰੇ ਕੋਲ ਹੈ, ਬਾਕੀ 20 ਕੁ ਲੱਖ ਦੀ ਮੈਨੂੰ ਲੋੜ ਹੈ। ਤਾਂ ਅਸੀਂ ਆਪਣੇ ਸੱਜਣ ਮਿੱਤਰਾਂ, ਦੋਸਤਾਂ ਨੂੰ, ਹਿਤੈਸ਼ੀਆਂ ਨੂੰ ਅਸੀਂ ਜਿਹੜੇ ਪ੍ਰੋਜੈਕਟ ਬਾਰੇ ਦੱਸਦੇ ਹਾਂ, ਤਾਂ ਅਸੀਂ ਉਹਨਾਂ ਨੂੰ ਇਹ ਵੀ ਕਹਿੰਦੇ ਹਾਂ ਕਿ ਜੇ ਤੁਸੀਂ ਮੇਰੇ ਇਸ ਬਿਜ਼ਨਸ ਦੇ ਵਿੱਚ ਤੁਸੀਂ ਹਿੱਸਾ ਪਾਉਂਦੇ ਹੋ ਤਾਂ ਜੋ ਪ੍ਰੋਫਿਟ ਹੋਏਗਾ, ਜਿੰਨਾ ਪਰਸੈਂਟ ਤੁਸੀਂ ਹਿੱਸਾ ਪਾਇਆ ਹੋਏਗਾ, ਮੈਂ ਤੁਹਾਨੂੰ ਉਹ ਹਰ ਮਹੀਨੇ ਵਾਪਸ ਕਰੀ ਜਾਊਂਗਾ। ਕੁਛ ਲੋਕ ਤੁਹਾਡੇ ਇਸ ਪ੍ਰਪੋਜ਼ਲ ਨੂੰ ਸੁਣ ਕੇ ਤੁਹਾਡੇ ਨਾਲ ਐਗਰੀ ਨਹੀਂ ਵੀ ਹੁੰਦੇ ਅਤੇ ਕੁਛ ਲੋਕ ਤੁਹਾਡੇ ਨਾਲ ਐਗਰੀ ਵੀ ਹੋ ਜਾਂਦੇ ਆ। ਉਹ ਜੇ ਕੁਛ ਲੋਕ ਤੁਹਾਡੇ ਨਾਲ ਐਗਰੀ ਹੁੰਦੇ ਆ ਤਾਂ ਇਕੱਠੇ ਹੋ ਕੇ ਤੁਸੀਂ ਜੇ ਬਿਜ਼ਨਸ ਸ਼ੁਰੂ ਕਰਦੇ ਹੋ, ਕੋਈ ਵੀ ਗਰੁੱਪ ਬਿਜ਼ਨਸ ਸ਼ੁਰੂ ਕਰਦੇ ਹੋ, ਕੋਈ 1 ਲੱਖ ਰੁਪਇਆ ਪਾਉਂਦਾ, ਕੋਈ 2 ਪਾਉਂਦਾ, ਕੋਈ 5 ਪਾਉਂਦਾ, ਕੋਈ 10 ਪਾਉਂਦਾ, ਇਕੱਠੇ ਹੋ ਕੇ ਤੁਸੀਂ 25 ਲੱਖ ਰੁਪਇਆ ਇਕੱਠਾ ਕਰਕੇ ਆਪਣਾ ਬਿਜ਼ਨਸ ਸ਼ੁਰੂ ਕਰ ਲੈਂਦੇ ਹੋ। ਮਾਰਕੀਟ ਵਿੱਚ ਬੜਾ ਕੰਪੀਟੀਸ਼ਨ ਆ, ਤੁਸੀਂ ਸਾਲ ਕੇ ਬਾਅਦ ਕਾਮਯਾਬੀ ਹੋਣਾ ਸ਼ੁਰੂ ਹੋ ਜਾਂਦੇ ਹੋ। ਔਰ ਹਰ ਮਹੀਨੇ ਤੁਹਾਨੂੰ ਜੋ ਬਚਤ ਹੁੰਦੀ ਹੈ ਉਹ ਤੁਸੀਂ ਆਪਣੇ ਜੋ ਤੁਹਾਡੇ ਪਾਰਟਨਰ ਨੇ, ਜਿਨ੍ਹਾਂ ਨੇ ਤੁਹਾਡੇ ਬਿਜ਼ਨਸ ਵਿੱਚ ਇਨਵੈਸਟਮੈਂਟ ਕੀਤੀ ਆ, ਪੈਸਾ ਪਾਇਆ ਹੋਇਆ, ਤੁਸੀਂ ਉਹਨੂੰ ਮੋੜਨਾ ਸ਼ੁਰੂ ਕਰ ਦਿੰਦੇ ਹੋ। ਉਹਨਾਂ ਨੂੰ ਜੋ ਤੁਹਾਨੂੰ ਬਚਦਾ ਹੈ ਉਹਦੇ ਉਨੇ ਹਿੱਸੇ ਹੋ ਜਾਂਦੇ ਆ, ਤਾਂ ਤੁਸੀਂ ਉਹਨਾਂ ਨੂੰ ਮੋੜਨਾ ਸ਼ੁਰੂ ਕਰ ਦਿੰਦੇ ਹੋ। ਇਹਦੇ 'ਚ ਤੁਹਾਨੂੰ ਕੋਈ ਕਿਸ਼ਤ ਨਹੀਂ ਦੇਣੀ ਪੈਂਦੀ, ਕੋਈ ਤੁਹਾਨੂੰ ਵਿਆਜ ਨਹੀਂ ਦੇਣਾ ਪੈਂਦਾ, ਸਿਰਫ ਤੁਸੀਂ ਆਪਣਾ ਪ੍ਰੋਫਿਟ ਹੀ ਵੇਚਦੇ ਹੋ, ਪ੍ਰੋਫਿਟ ਹੀ ਤੁਸੀਂ ਆਪਣਾ ਉਹਨਾਂ ਨੂੰ ਦੇ ਰਹੇ ਹੋ। ਜੋ ਤੁਹਾਨੂੰ ਪ੍ਰੋਫਿਟ ਨਿਕਲ ਰਿਹਾ ਆਪਣੇ ਦੋਸਤਾਂ ਮਿੱਤਰਾਂ ਨੂੰ ਤੁਸੀਂ ਉਹ ਪ੍ਰੋਫਿਟ ਹੀ ਦੇ ਰਹੇ ਹੋ। ਤੁਹਾਨੂੰ ਕੋਈ ਬੈਂਕ ਨੂੰ ਕੁਛ ਨਹੀਂ ਦੇਣਾ ਪੈਂਦਾ, ਤੁਹਾਡਾ ਕੁਛ ਵੀ ਗਿਰਵੀ ਨਹੀਂ ਹੋਇਆ, ਕੋਈ ਤੁਹਾਡੇ ਪਲਾਟ ਗਿਰਵੀ ਨਹੀਂ ਰੱਖੀ ਹੋਇਆ, ਬੈਂਕ ਨੇ ਗਹਿਣੇ ਨਹੀਂ ਰੱਖਿਆ ਹੋਇਆ, ਕੋਈ ਤੁਹਾਡੀ ਮਸ਼ੀਨਰੀ ਬੈਂਕ ਨੇ ਗਹਿਣੇ ਨਹੀਂ ਰੱਖੀ ਹੋਈ। ਸ਼ੇਅਰ ਮਾਰਕੀਟ ਵੀ ਇਸੇ ਤਰ੍ਹਾਂ ਹੀ ਚੱਲਦੀ ਹੈ। ਸੇਮ ਤੁਹਾਨੂੰ ਮੈਂ ਇੱਕ ਉਦਾਹਰਨ ਦਿੱਤੀ ਸੀ ਜੋ ਇਹ ਦੱਸੀ ਹੈ, ਸੇਮ ਸ਼ੇਅਰ ਮਾਰਕੀਟ 'ਚ ਵੀ ਇਹੀ ਕੁਛ ਹੁੰਦਾ ਹੈ। ਸ਼ੇਅਰ ਮਾਰਕੀਟ ਵਿੱਚ ਕੋਈ ਵੀ ਫਰਮ ਜਦੋਂ ਸ਼ੇਅਰ ਮਾਰਕੀਟ ਐਂਟਰ ਕਰਦੀ ਹੈ ਤਾਂ ਉਹ ਬੈਂਕ ਕੋਲ ਨਹੀਂ ਜਾਂਦੀ ਪੈਸਾ ਲੈਣ ਵਾਸਤੇ। ਉਹ ਕਹਿੰਦੀ ਹੈ ਕਿ ਉਹ ਆਫਰ ਲੈ ਕੇ ਆਉਂਦੀ ਆ, IPO ਲੈ ਕੇ ਆਉਂਦੀ ਹੈ ਇੱਕ ਮਾਰਕੀਟ ਵਿੱਚ ਆ ਕੇ ਵੀ ਮੇਰਾ ਇੰਨਾ ਕੈਪੀਟਲ ਹੈ, ਮੈਂ ਆਪਣੇ ਕੰਮ ਨੂੰ ਵਧਾਉਣਾ ਚਾਹੁੰਦਾ, ਮੈਂ ਆਪਣੇ ਬਿਜ਼ਨਸ ਨੂੰ ਅੱਗੇ ਲੈ ਕੇ ਜਾਣਾ ਚਾਹੁੰਦਾ ਅਤੇ ਮੈਨੂੰ ਇੰਨੇ ਲੱਖ ਕਰੋੜ ਦੀ ਲੋੜ ਆ। ਉਹ ਆਪਣੇ ਸ਼ੇਅਰ ਲੈ ਕੇ ਆਉਂਦੀ ਆ ਉਹ ਫਰਮ, ਉਹ ਕਹਿੰਦੀ ਹੈ ਕਿ ਮੇਰਾ ਇਸ ਸਮੇਂ ਸ਼ੇਅਰ, ਮੈਂ ਤੁਹਾਨੂੰ ਇੱਕ ਸ਼ੇਅਰ 10 ਰੁਪਏ ਦਾ ਵੀ ਹੋ ਸਕਦਾ, 100 ਰੁਪਏ ਦਾ ਵੀ ਹੋ ਸਕਦਾ, 500 ਦਾ ਵੀ ਹੋ ਸਕਦਾ, 1000 ਰੁਪਏ ਦਾ ਵੀ ਹੋ ਸਕਦਾ, ਜਿੰਨੀ ਕਿ ਉਹਨੂੰ ਕੈਪੀਟਲ ਚਾਹੀਦੀ ਆ ਉਹਦੇ ਮੁਤਾਬਿਕ ਉਹ ਸ਼ੇਅਰ ਲੈ ਕੇ ਆਉਂਦੀ ਆ। ਜਿੰਨਾ ਉਹਦੇ ਕੋਲ ਕੈਪੀਟਲ ਉਹਨੇ ਸ਼ੇਅਰ ਲੈਣ ਲਈ ਮਾਰਕੀਟ 'ਚ ਆਉਣਾ ਹੈਗਾ, ਉਹਨਾਂ ਉਹਦੇ ਕੋਲ ਐਸਿਡ ਵੀ ਹੋਣੇ ਚਾਹੀਦੇ ਆ। ਜੇ ਕੋਈ ਕੰਪਨੀ ਕਹਿੰਦੀ ਕਿ ਮੈਨੂੰ 500 ਕਰੋੜ ਰੁਪਏ ਚਾਹੀਦਾ ਤਾਂ 500 ਕਰੋੜ ਦਾ ਉਹਨੂੰ ਐਸਿਡ ਵੀ ਆਪਣੇ ਸ਼ੋਅ ਕਰਨੇ ਪੈਣੇ ਆ ਵੀ ਮੇਰੇ ਕੋਲ ਇੰਨਾ ਮੇਰੇ ਕੋਲ ਐਸਿਡ ਹੈਗਾ, ਮੈਨੂੰ ਇੰਨਾ ਕੈਪੀਟਲ ਚਾਹੀਦਾ। ਉਹ ਤੁਹਾਨੂੰ ਹਿੱਸੇਦਾਰੀ ਆਪਣੀ ਆਫਰ ਕਰਦੀ ਆ, ਤੁਸੀਂ ਹਿੱਸੇਦਾਰੀ ਲੈਂਦੇ ਹੋ ਉਸ ਕੰਪਨੀ ਦੀ, ਉਸ ਕਾਰਖਾਨੇ ਦੀ, ਉਸ ਬਿਜ਼ਨਸ ਦੀ ਹਿੱਸੇਦਾਰੀ ਲੈਂਦੇ ਹੋ। ਹਿੱਸੇਦਾਰੀ ਲੈ ਕੇ ਤੁਸੀਂ ਉਸ ਵਿੱਚ ਪ੍ਰੋਫਿਟ ਦੇ ਹੱਕਦਾਰ ਬਣ ਜਾਂਦੇ ਹੋ। ਹਰ ਮਹੀਨੇ, ਹਰ 3 ਮਹੀਨੇ ਬਾਅਦ ਕੰਪਨੀ ਨੂੰ ਜਿੰਨਾ ਵੀ ਪੈਸਾ ਬਚਦਾ ਹੈ ਉਹ ਡਿਵੀਡੈਂਡ ਦੇ ਰੂਪ ਵਿੱਚ ਤੁਹਾਨੂੰ ਵਾਪਸ ਕਰ ਦਿੰਦੀ ਹੈ। ਜਿੰਨੇ ਤੁਸੀਂ ਪੈਸੇ ਲਾਏ ਹੁੰਦੇ ਆ
ਉਹਦੇ 19% ਦੇ ਹਿਸਾਬ ਨਾਲ ਤੁਹਾਨੂੰ ਡਿਵੀਡੈਂਡ ਦਿੱਤਾ ਜਾਂਦਾ। ਸ਼ੇਅਰ ਦੇ ਪਿੱਛੇ ਹਰ ਕੰਪਨੀ ਕੋਈ ਨਾ ਕੋਈ ਡਿਵੀਡੈਂਡ ਦਿੰਦੀ ਹੈ, ਤੁਹਾਨੂੰ ਉਹ ਡਿਵੀਡੈਂਡ ਰੂਪ 'ਚ ਵਾਪਸ ਆਉਣਾ ਸ਼ੁਰੂ ਹੋ ਜਾਂਦਾ ਹੈ। ਜਿੱਦਾਂ ਜਿੱਦਾਂ ਬਿਜ਼ਨਸ ਦੀ ਗਰੋਥ ਹੁੰਦੀ ਰਹਿੰਦੀ ਹੈ, ਜਿੱਦਾਂ ਜਿੱਦਾਂ ਬਿਜ਼ਨਸ ਉੱਪਰ ਨੂੰ ਜਾਣਾ ਸ਼ੁਰੂ ਕਰਦਾ ਹੈ, ਉਸੇ ਤਰ੍ਹਾਂ ਹੀ ਉਹ ਤੁਹਾਨੂੰ ਪ੍ਰੋਫਿਟ ਦੇਣਾ ਸ਼ੁਰੂ ਹੋਰ ਵੱਧ ਕਰ ਦਿੰਦੇ, ਤੁਹਾਨੂੰ ਜ਼ਿਆਦਾ ਪ੍ਰੋਫਿਟ ਮਿਲਣਾ ਸ਼ੁਰੂ ਹੋ ਜਾਂਦਾ ਹੈ। ਜਿੱਦਾਂ ਜਿੱਦਾਂ ਬਿਜ਼ਨਸ ਉੱਪਰ ਜਾਂਦਾ ਹੈ, ਪ੍ਰੋਫਿਟ ਮਿਲਣਾ ਵਧਣਾ ਸ਼ੁਰੂ ਹੋ ਜਾਂਦਾ ਹੈ। ਉੱਦਾਂ ਉੱਦਾਂ ਹੀ ਉਹ ਸ਼ੇਅਰ ਦੀ ਕੀਮਤ ਵਧਣੀ ਸ਼ੁਰੂ ਹੋ ਜਾਂਦੀ ਹੈ। ਜਿੱਦਾਂ ਜਿੱਦਾਂ ਪ੍ਰੋਫਿਟ ਵੱਧਦਾ, ਸ਼ੇਅਰ ਦੀ ਕੀਮਤ ਵਧਣੀ ਸ਼ੁਰੂ ਹੋ ਜਾਂਦੀ ਹੈ। ਹੁਣ ਜਿਸ ਨੇ ਉਸ ਬਿਜ਼ਨਸ ਨੂੰ ਚਲਾਇਆ ਸੀਗਾ, ਉਹ ਜੇ ਲੌਂਗ ਟਰਮ ਦਾ ਸੋਚਦਾ ਕਿ ਮੈਂ ਇੰਨੇ ਚਿਰ ਬਾਅਦ ਆਹ ਕਰਾਂਗਾ, ਮੈਂ ਬਿਜ਼ਨਸ ਨੂੰ ਇੱਦਾਂ ਵਧਾਵਾਂਗਾ, ਇੱਦਾਂ ਅੱਗੇ ਲੈ ਕੇ ਜਾਊਂਗਾ, ਉਹ ਲੌਂਗ ਟਰਮ ਦਾ ਸੋਚ ਕੇ ਕੁਛ ਉਹ ਤੁਹਾਨੂੰ ਆਪਣਾ ਪੇਸ਼ ਕਰਦਾ ਕਿ ਮੈਂ ਆਹ ਚੀਜ਼ ਕਰਾਂਗਾ, ਤਾਂ ਬਹੁਤ ਲੋਕ ਉਹਦੀ ਇਹ ਗੱਲਾਂ ਸੁਣਦੇ ਆ, ਅਤੇ ਕੁਛ ਲੋਕ ਲਗਭਗ ਬਹੁਤ ਸਾਰੇ ਲੋਕ ਉਹਦੀ ਇਸ ਗੱਲ 'ਤੇ ਵਿਸ਼ਵਾਸ ਵੀ ਕਰਦੇ ਆ ਕਿ ਇਹ ਬਿਜ਼ਨਸ ਨੂੰ ਅੱਗੇ ਲੈ ਕੇ ਜਾਊਗਾ, ਗਰੋਥ ਕਰੇਗਾ। ਤਾਂ ਲੋਕ ਇਹ ਸੋਚ ਕੇ ਚੱਲਦੇ ਆ ਕਿ ਅੱਜ ਤੋਂ 6 ਮਹੀਨੇ ਬਾਅਦ, ਸਾਲ ਬਾਅਦ ਜਿਹੜੀ ਇਹਨਾਂ ਦਾ ਪ੍ਰੋਫਿਟ ਆ ਉਹ ਦੁੱਗਣਾ ਹੋ ਜਾਏਗਾ ਜਾਂ ਤਿੱਗਣਾ ਹੋ ਜਾਏਗਾ ਜਾਂ 5 ਗੁਣਾ ਹੋ ਜਾਏਗਾ। ਇਹ ਸੋਚ ਕੇ ਉਹ ਉਸ ਕੰਪਨੀ ਦੇ ਸ਼ੇਅਰ ਖਰੀਦਣਾ ਸ਼ੁਰੂ ਕਰਦੇ ਆ। ਜਿੱਦਾਂ ਜਿੱਦਾਂ ਕੰਪਨੀ ਨੂੰ ਫਾਇਦਾ ਹੋਣਾ ਸ਼ੁਰੂ ਹੁੰਦਾ ਹੈ ਜਾਂ ਲੌਂਗ ਟਰਮ ਦਾ ਸੋਚਣਾ ਸ਼ੁਰੂ ਕਰਦੀ ਆ, ਉੱਦਾਂ ਹੀ ਉਸ ਬਿਜ਼ਨਸ ਦੇ ਸ਼ੇਅਰ ਵਧਣੇ ਸ਼ੁਰੂ ਹੋ ਜਾਂਦੇ ਆ, ਸ਼ੇਅਰ ਦੀ ਕੀਮਤ ਵਧਣੀ ਸ਼ੁਰੂ ਹੋ ਜਾਂਦੀ ਆ। ਕੋਈ 100 ਰੁਪਏ ਦਾ ਸ਼ੇਅਰ ਆਇਆ ਹੈ ਤਾਂ ਉਹ ਕਿਸੇ ਨੂੰ ਕੋਈ ਸੋਚਦਾ ਹੈ ਕਿ ਇਹ ਕੰਪਨੀ 6 ਮਹੀਨੇ ਬਾਅਦ ਡਬਲ ਹੋ ਜਾਏਗੀ, ਉਹ 100 ਵਾਲਾ ਸ਼ੇਅਰ 125 'ਚ ਲੈਣ ਵੀ ਤਿਆਰ ਹੋ ਜਾਂਦਾ ਹੈ। ਇੱਦਾਂ ਇਹ ਸ਼ੇਅਰ ਦੀ ਖਰੀਦ ਫਰੋਖਤ ਹੁੰਦੀ ਹੈ। ਕੋਈ ਹਰ ਬੰਦਾ ਇਹ ਸੋਚ ਕੇ ਲੈਂਦਾ ਹੈ ਕਿ ਇਹ ਕੰਪਨੀ ਹੋਰ ਤਰੱਕੀ ਕਰੇਗੀ, ਮੈਂ ਇਹਦੇ ਸ਼ੇਅਰ ਲਵਾਂ, ਆਉਣ ਵਾਲੇ ਟਾਈਮ 'ਚ ਮੈਨੂੰ ਹੋਰ ਪ੍ਰੋਫਿਟ ਹੋਊਗਾ, ਸ਼ੇਅਰ ਵਧੂਗਾ। ਜਿੱਦਾਂ ਜਿੱਦਾਂ ਕੰਪਨੀ ਗਰੋਥ ਦਿੰਦੀ ਹੈ, ਉੱਦਾਂ ਹੀ ਉਹਦੇ ਸ਼ੇਅਰ ਦਾ ਰੇਟ ਵਧਣਾ ਸ਼ੁਰੂ ਹੁੰਦਾ ਹੈ। ਲਗਭਗ ਬਹੁਤ ਸਾਰੀਆਂ ਕੰਪਨੀਆਂ ਤੁਹਾਨੂੰ 3 ਮਹੀਨੇ ਬਾਅਦ ਡਿਵੀਡੈਂਡ ਦੇ ਰੂਪ ਵਿੱਚ ਤੁਹਾਨੂੰ ਕੁਛ ਨਾ ਕੁਛ ਦਿੰਦੀ ਹੈ ਹਰ ਸ਼ੇਅਰ ਦੇ ਪਿੱਛੇ। ਜਿੰਨਾ ਕੁ ਪ੍ਰੋਫਿਟ ਹੁੰਦਾ ਹੈ ਉਹਦੇ 'ਚੋਂ ਉਹ ਕੁਛ ਆਪਣੇ R&D ਵਾਸਤੇ ਰੱਖ ਲੈਂਦੇ ਆ, ਬਾਕੀ ਆਪਣੇ ਜਿੰਨੇ ਵੀ ਉਹਨਾਂ ਦੇ ਭਾਈਵਾਲ ਨੇ ਜਿਨ੍ਹਾਂ ਨੇ ਸ਼ੇਅਰ ਖਰੀਦੇ ਹੋਏ ਆ, ਉਹਨਾਂ ਨੂੰ ਉਹ ਡਿਵੀਡੈਂਡ ਰੂਪ 'ਚ ਉਹਨਾਂ ਨੂੰ ਵਾਪਸ ਕਰ ਦਿੰਦੇ ਨੇ। ਅਤੇ ਇੱਕ ਆਮ ਬੈਂਕ ਦੇ ਨਾਲੋਂ ਬਹੁਤ ਅੱਛੀ ਰਿਟਰਨ ਮਿਲ ਜਾਂਦੀ ਹੈ। ਬੈਂਕ ਵਿੱਚ ਜੇ ਤੁਸੀਂ ਸੇਵਿੰਗ 'ਚ ਪੈਸੇ ਰੱਖਦੇ ਹੋ 2-2.5% ਮਿਲਦਾ, ਕੋਈ ਜ਼ਿਆਦਾ ਨਹੀਂ ਮਿਲਦਾ ਹੈ। R&D 'ਚ ਵੀ ਕੋਈ 7-8% ਮਿਲਦਾ, ਕੋਈ ਜ਼ਿਆਦਾ ਨਹੀਂ ਹੈਗਾ, ਔਰ FD 'ਚ ਵੀ 8-9% ਕੋਈ ਜ਼ਿਆਦਾ ਨਹੀਂ ਹੈਗਾ। ਜਦ ਕਿ ਜਿਹੜਾ ਸ਼ੇਅਰ ਮਾਰਕੀਟ ਹੈ, ਇਹਦੇ ਵਿੱਚ ਤੁਹਾਨੂੰ ਜੇ ਤੁਸੀਂ ਸਿਰਫ ਨਿਫਟੀ 'ਚ ਹੀ ਕੰਮ ਕਰਦੇ ਹੋ, ਸਿਰਫ ਨਿਫਟੀ ਵਿੱਚ, ਤਾਂ ਵੀ ਤੁਸੀਂ ਮਹੀਨੇ ਦਾ ਬੜੇ ਆਰਾਮ ਨਾਲ 5 ਤੋਂ 7% ਤੁਸੀਂ ਕੱਢ ਸਕਦੇ ਹੋ, ਬੜੇ ਆਰਾਮ ਨਾਲ। ਇਹ ਸਾਡੀ ਟ੍ਰੇਨਿੰਗ ਤੋਂ ਬਾਅਦ ਤੁਸੀਂ ਬੜੇ ਆਰਾਮ ਨਾਲ ਇੰਨੇ ਪੈਸੇ ਕੱਢ ਸਕਦੇ ਹੋ। ਆਪਾਂ ਗੱਲ ਕਰ ਰਹੇ ਸੀ ਸ਼ੇਅਰ ਮਾਰਕੀਟ ਬਾਰੇ, ਗੱਲ ਕਰ ਰਹੇ ਸੀਗੇ। ਜਿੱਦਾਂ ਜੇ ਕਿਸੇ ਕਾਰਖਾਨੇ ਨੂੰ, ਕਿਸੇ ਬਿਜ਼ਨਸ ਨੂੰ ਹਰ 3 ਮਹੀਨੇ ਬਾਅਦ AGM ਹੁੰਦੀ ਉਹਨਾਂ ਦੀ, ਹਰ 3 ਮਹੀਨੇ ਬਾਅਦ ਇਹ ਆਪਣੀ ਬੋਰਡ ਦੀ ਮੀਟਿੰਗ ਕਰਦੇ, ਉਹ ਸਭ ਨੂੰ ਦੱਸਦੇ ਆ ਆਪਣੇ ਸਾਰੇ ਸ਼ੇਅਰ ਹੋਲਡਰਾਂ ਨੂੰ ਕਿ ਮੈਨੂੰ ਕੀ ਬਚਿਆ, ਮੇਰਾ ਕੀ ਨੁਕਸਾਨ ਹੋਇਆ। ਜੇ ਕਿਸੇ ਬਿਜ਼ਨਸ ਨੂੰ ਨੁਕਸਾਨ ਵੀ ਹੁੰਦਾ ਤਾਂ ਉਹਦੇ ਸ਼ੇਅਰ ਦੀ ਕੀਮਤ ਡਿੱਗਣੀ ਸ਼ੁਰੂ ਹੁੰਦੀ ਆ। ਇਹਦੇ 'ਚ ਸ਼ੇਅਰ ਹੋਲਡਰ ਦਾ ਭਰੋਸਾ ਉੱਠ ਜਾਂਦਾ ਹੈਗਾ ਉਸ ਬਿਜ਼ਨਸ ਦੇ ਮਾਲਕ ਤੋਂ। ਉਹ ਕਹਿੰਦਾ ਨਹੀਂ, ਇਹਨੂੰ ਮੈਂ ਪੈਸੇ ਦਿੱਤੇ ਸੀਗੇ ਗਰੋਥ ਵਾਸਤੇ, ਇਹ ਤਾਂ ਘੱਟ ਜਿਹੇ ਤੁਰ ਪਿਆ। ਉਹਦੀਆਂ ਕੁਛ ਨੀਤੀਆਂ ਇੱਦਾਂ ਦੀਆਂ ਹੁੰਦੀਆਂ, ਕੁਛ ਗੌਰਮੈਂਟ ਦੀਆਂ ਪੋਲਿਸੀ ਇੱਦਾਂ ਦੀ ਆ ਜਾਂਦੀ ਹੈ ਕਿ ਉਸ ਬਿਜ਼ਨਸ ਦੇ ਉਹ ਹੱਕ 'ਚ ਨਹੀਂ ਹੁੰਦੀਆਂ। ਉਸ ਕਾਰਨ ਉਹ ਬਿਜ਼ਨਸ ਥੱਲੇ ਨੂੰ ਜਾਣਾ ਸ਼ੁਰੂ ਹੋ ਜਾਂਦਾ ਹੈ, ਤਾਂ ਸ਼ੇਅਰ ਹੋਲਡਰ ਉਹਦੇ 'ਚੋਂ ਨਿਕਲਣਾ ਸ਼ੁਰੂ ਹੁੰਦਾ ਹੈ। ਜਦੋਂ ਸ਼ੇਅਰ ਹੋਲਡਰ ਉਹਦਾ ਨਿਕਲਣਾ ਸ਼ੁਰੂ ਹੁੰਦਾ ਤਾਂ ਉਹਦਾ ਸ਼ੇਅਰ ਦਾ ਰੇਟ ਡਿੱਗਣਾ ਸ਼ੁਰੂ ਹੋ ਜਾਂਦਾ ਹੈ। ਉਹ ਕੰਪੀਟੀਸ਼ਨ ਵੀ ਕਈ ਵਾਰੀ ਕੰਪੀਟੀਸ਼ਨ ਕਰਕੇ ਹੋ ਜਾਂਦਾ ਹੈ ਇਹ ਰੇਟ ਡਿੱਗਣਾ। ਕਈ ਵਾਰੀ ਜਿਹੜਾ ਉਸ ਬਿਜ਼ਨਸ ਦਾ ਓਨਰ ਹੁੰਦਾ ਹੈ, ਉਹਦੇ ਕੁਛ ਫੈਸਲੇ ਇੱਦਾਂ ਦੇ ਹੁੰਦੇ ਆ ਕਿ ਉਹਨੇ ਫਿਊਚਰ ਲਈ ਸੋਚਿਆ ਹੁੰਦਾ ਹੈ ਕਿ ਉਹ ਉਹਦੇ 'ਚ ਕਾਮਯਾਬ ਨਹੀਂ ਹੋ ਪਾਉਂਦਾ ਹੈਗਾ। ਕੁਛ ਉਹਦੇ ਪ੍ਰੋਡਕਟ ਹੁੰਦੇ ਜਿਹੜੇ ਕਿ ਲਾਂਚ ਕਰਦਾ ਹੈ, ਉਹ ਕਾਮਯਾਬ ਨਹੀਂ ਹੁੰਦੇ ਹੈਗੇ, ਫੇਲ ਹੋ ਜਾਂਦੇ ਆ ਤਾਂ ਵੀ, ਅਤੇ ਸ਼ੇਅਰ ਡਿੱਗਣਾ ਸ਼ੁਰੂ ਹੋ ਜਾਂਦਾ ਹੈਗਾ। ਕਈ ਕਾਰਨ ਹੋਰ ਵੀ ਹੁੰਦੇ ਸ਼ੇਅਰ ਡਿੱਗਣ ਦੇ, ਉਹਦੇ 'ਚੋਂ ਫਿਰ ਇਨਵੈਸਟਰ ਨਿਕਲਣਾ ਸ਼ੁਰੂ ਹੋ ਜਾਂਦਾ ਤਾਂ ਸ਼ੇਅਰ ਡਿੱਗਣਾ ਸ਼ੁਰੂ ਹੁੰਦਾ ਹੈ। ਸ਼ੇਅਰ ਵਿੱਚ ਡਿਮਾਂਡ ਅਤੇ ਸਪਲਾਈ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ। ਜੇ ਸ਼ੇਅਰ ਉੱਪਰ ਜਾਣਾ ਸ਼ੁਰੂ ਕਰਦਾ ਹੈ ਤਾਂ ਉਹਦੀ ਡਿਮਾਂਡ ਵੱਧ ਜਾਂਦੀ ਹੈ। ਜਿਹੜੇ ਬੰਦੇ ਕੋਲ ਸ਼ੇਅਰ ਹੁੰਦਾ ਹੈ ਉਹ ਵੇਚਦਾ ਨਹੀਂ ਹੈਗਾ, ਇਹ ਸੋਚ ਕੇ ਨਹੀਂ ਵੇਚਦਾ ਹੈਗਾ ਕੱਲ੍ਹ ਨੂੰ ਹੋਰ ਵਧਣਾ, ਮੈਂ ਕਾਹਤੋਂ ਵੇਚਣਾ, ਮੈਂ ਆਪਣੇ ਕੋਲ ਰੱਖਾਂ, ਹੋਰ ਮੈਨੂੰ ਗਰੋਥ ਮਿਲੂਗੀ, ਹੋਰ ਮੈਨੂੰ ਵਾਧਾ ਮਿਲੂਗਾ। ਤਾਂ ਉਹ
डिमांड सप्लाई का पै जाता फर्क, यानी कि डिमांड वध जाती है, सप्लाई घट जाती है। सप्लाई घटती है, जो सप्लाई घटती है तो शेयर का रेट बड़ी तेज़ी नाल उपर नूं जाना शुरू हो जाता है। इसका बेसिक है। शेयर मार्केट विच शेयर की कीमत उदों भी वधदी है जो फॉरनर इहदे पैसा लाना शुरू करते हैं। फॉरनर नूं लगदा कि ये बिजनेस बहुत ज़्यादा तरक्की करेगा, तो वो अपनी स्टडी करके फॉरनर दे पैसा लाना शुरू करता। जो फॉरनर पैसा लाता है तो उदों भी शेयर मार्केट उपर नूं जाना शुरू करती है। तो जो शेयर होल्डर होंदे आ लगभग कई हुण असी ये भी विचार करते हैं, ये भी गल करते हैं कि जे किसी कंपनी में प्रॉफिट हो रहा, शेयर उपर ही जा रहा, तो मैं शेयर होल्डर च निकलदा क्यों आ? शेयर होल्डर उन्होंने वेच के निकलदा क्यों है? उन्होंने पता भी ये शेयर उपर जा रहा तो मैं वेचा क्यों? मैनू रखना चाहिए। जे एक महीने में मेरा शेयर मैं 10% दे रहा तो अगले महीने में 20% भी दे सकता, 25 भी दे सकता, मैं इहदे च निकला क्यों? मैनू रखना चाहिए। हुण ये भी निगाह सानू मारनी चाहिए है कि उस शेयर होल्डर ने उहदे च एंट्री कदों की सीगी। मान लो किसी शेयर का प्राइज़ अज 170 रुपये है, हो सकता उस शेयर होल्डर ने जो एंट्री की 100 रुपये रेट हो या 110 रुपये रेट हो, तो अज उन्होंने किसी होर शेयर में अपॉर्चुनिटी ज़्यादा दिख रही हो, लग रहा हो कि आ जो नवा दूजा बिजनेस आएगा, ये दूसरा जो नवा बिजनेस आया हुआ है उनके ग्रोथ ज़्यादा हैगी है, तो मैं इहदे निकल के उनके शेयर खरीद के मैं अगे 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 ग्रोथ होर लवां, क्योंकि इहदे मैं लगभग अपना 80-85% अपना प्रॉफिट कर चुकिया है। वो इदा भी निकलते हैं विचों दूसरे किसी होर शेयर च एंट्री करने वास्ते, वो शेयर चो निकलते आ प्रॉफिट कमा के। और कुछ लोड़ा भी होंदियां ने, साडी अपनी लोड़ा होंदियां, आदमी की अपनी लोड़ा होंदी है, कोई ब्याह शादी, कोई बच्चे की फीस भरनी है, कोई घर च प्रोग्राम है, तो कोई रब ना करे कोई एमरजेंसी पै जाती है डॉक्टरी, तां भी लोग पैसा कढ़न लई शेयर नूं वेचदे आ। शेयर विच मैं फिर दोबारा वही एक गल करन जा रहा है कि शेयर मार्केट विच तुसीं जो मर्जी एंटर कर सकते हो, जो मर्जी बाहर निकल सकते हो। जे तुसी बैंक विच पैसे रखे हुए आ, मान लो तुसी 1 लाख रुपए की FD कराई हुई है बैंक में 1 साल लई 8% ब्याज से, तुहानू पैसे की लोड़ पैगी 10,000 की। तुसी बैंक च जाओगे, बैंक वाले नूं तुसी कहोगे जी मैनू 10,000 की लोड़ आ, वो कहेंगे कोई गल नहीं जी, लै लो 10,000 रुपया, असीं तुहानू 10,000 दे देंदे आ, पर असीं तुहाडे कोल ब्याज लवांगे। तुहानू दिंदे 8% पे आ, तुहानू तुहाडा पैसा वापस दे रहे हो 10% ते। तुसी उन्हां कोलों अपने 10,000 रुपया तुसी 10% ते उन्हां कोल लै लिया, वो उहदे बदले च तुहाडी FD अपने कोल रखणगे, बैंक अपने कोल रखेगा FD अपने कोल, तुहानू 10,000 रुपया दे देगा। जो तुसी 10,000 रुपया वापस करोगे उन्होंने, तो वो अपना ब्याज कट के तुहानू तुहाडी FD वापस कर देंगे। जे तुहानू साल च 15 वारी लोड़ पैंदी है 10,000 की, 20,000 की, 25,000 की, तुहानू बैंक जाना पेगा, बार बार बैंक जाना पेगा, उन्होंने फॉर्म भरने पैणगे। तुहानू एक बारी बैंक च जाण लई तुहानू घंटा डेढ़ घंटा तुहाडा खराब होएगा हर बार पैसे लैण वास्ते, वो तुहानू ब्याज भी देना पेगा। जबकि शेयर मार्केट च बहुत आसान आ, तुहानू तुसी 1 लाख रुपया शेयर मार्केट च लाया होया है, तुहानू 10,000 रुपये की लोड़ है, किते जाण की लोड़ नहीं हैगी, घरे बह के तुसी अपने 10,000 के शेयर बेचो, अपने पैसे कड्डो, उन्होंने वरतो, किसी ने कोई ब्याज नहीं देना। दोबारा फिर जो पैसे आ गए फिर विच पा दो, कोई ब्याज नहीं है, किसी बैंक नहीं जाना, कोई घंटा डेढ़ घंटा लैन च नहीं खड़ना है, किसी ने FD जमा नहीं करानी, कुछ नहीं करानी, बहुत आसान आ। जिन्नी कि तुहानू लोड़ आ उन्ने के तुसीं पैसे कढ़ लो, उन्ने के तुसीं पैसे कढ़ लो, और जो तुहानू तुहाडी लोड़ पूरी हो गई अपने पैसे वापस जमा करा दो विच। कितना आसान आ, घरे बह के कर सकते हैं, किते भी जाण की लोड़ नहीं हैगी। अज तुहानू पैसे की लोड़ आ कि तुसीं अज ते तुसीं अप्लाई करदे हो तो अगले दिन तुहाडे पैसे तुहाडे घरे वापस आ जाते हैं। आपां हुण अगे गल करदे हैं तो शेयर मार्केट विच एंटर कौन कर सकता? तुहाडी उम्र 18 साल होनी चाहिए आ। जे तुसीं 18 साल तो छोटे हो तो तुहाडे गार्डियन जिहड़े तुहाडे माता पिता ने जां तुहाडे पेरेंट्स जिहड़े ने, तुसीं उन्हां दे नाम ते भी तुसीं अकाउंट खोल सकते हो। इहदे वास्ते सब तो पहला कि ट्रेडिंग अकाउंट होना जरूरी चाहिए है, डीमार्ट अकाउंट जिहनूं कहंदे आ। तुहाडा किसी भी बैंक में खाता होना चाहिए, चाहे वो कोई सरकारी बैंक हो या कोई प्राइवेट बैंक हो, तो एक सेविंग अकाउंट होना बहुत जरूरी है। तुहाडे कोल पैन कार्ड होना चाहिए, तुहाडे कोल आधार कार्ड होना चाहिए,
ਇੱਕ ਤੁਹਾਡਾ ਪੈਨ ਕਾਰਡ ਅਤੇ ਆਧਾਰ ਕਾਰਡ ਆਪਸ ਵਿੱਚ ਲਿੰਕ ਹੋਣੇ ਚਾਹੀਦੇ ਆ। ਨੈਕਸਟ ਅਗਲਾ ਕਿ ਜਿਹੜਾ ਤੁਹਾਡਾ ਆਧਾਰ ਕਾਰਡ ਆ ਉਹਦੇ ਉੱਪਰ ਜਿਹੜਾ ਮੋਬਾਈਲ ਨੰਬਰ ਆ ਉਹ ਤੁਹਾਡੇ ਕੋਲ ਚੱਲਦਾ ਹੋਣਾ ਚਾਹੀਦਾ। ਉਹੀ ਮੋਬਾਈਲ ਨੰਬਰ ਤੁਹਾਡਾ ਬੈਂਕ 'ਚ ਵੀ ਹੋਣਾ ਚਾਹੀਦਾ ਹੈਗਾ, ਉਹੀ ਤੁਹਾਡਾ ਪੈਨ ਕਾਰਡ ਨਾਲ ਵੀ ਅਟੈਚ ਹੋਣਾ ਚਾਹੀਦਾ ਹੈ, ਤੁਹਾਡਾ ਮੋਬਾਈਲ ਨੰਬਰ ਤਿੰਨੇ ਜਗ੍ਹਾ ਅਟੈਚ ਹੋਣਾ ਚਾਹੀਦਾ ਹੈ। ਫਿਰ ਤੁਸੀਂ ਆਪਣਾ ਇਹ ਡੀਮਾਰਟ ਅਕਾਊਂਟ ਖੁਲਵਾ ਸਕਦੇ ਹੋ। ਅਸੀਂ ਮੇਰੀ ਟੀਮ ਇਹਨੂੰ ਫ੍ਰੀ 'ਚ ਖੋਲ੍ਹ ਕੇ ਦਿੰਦੀ ਹੈ। 1 ਸਾਲ ਤੱਕ ਤੁਹਾਨੂੰ ਬਿਲਕੁਲ ਫ੍ਰੀ ਹੈ, ਕੋਈ ਚਾਰਜ ਨਹੀਂ ਪੈਂਦਾ ਹੈਗਾ, ਔਰ ਇਹਦੇ 'ਚ ਲਾਈਫ ਟਾਈਮ ਦੀ ਡਿਲੀਵਰੀ ਫ੍ਰੀ ਦਿੱਤੀ ਜਾਂਦੀ ਹੈ ਇਸ ਅਕਾਊਂਟ ਦੇ ਵਿੱਚ। ਇਹ ਅਕਾਊਂਟ ਖੋਲ੍ਹਣ 'ਤੇ ਕੰਪਨੀ ਵੱਲੋਂ ਤੁਹਾਨੂੰ ਕੋਈ 3000 ਦੀ ਗਿਫਟ ਵੀ ਦਿੱਤੀ ਜਾਂਦੀ ਹੈ, ਜਿਹਦੇ 1000 ਰੁਪਏ ਦਾ ਤੁਹਾਡਾ ਬ੍ਰੋਕਰੇਜ ਤੁਹਾਨੂੰ ਵਾਪਸ ਮਿਲ ਜਾਂਦੀ ਹੈ। 2000 ਰੁਪਏ ਦਾ ਤੁਹਾਨੂੰ ਸਟੱਡੀ ਮਟੀਰੀਅਲ ਦਿੱਤਾ ਜਾਂਦਾ ਹੈਗਾ ਜੋ ਕਿ ਤੁਸੀਂ ਸਟੱਡੀ ਕਰਨੀ ਹੈ। ਮੈਂ ਬਾਰ ਇਹ ਹਰ ਵੀਡੀਓ 'ਚ ਇਹ ਰਿਪੀਟ ਕਰਦਾ ਹਾਂ ਔਰ ਬੇਨਤੀ ਕਰਦਾ ਕਿ ਬਿਨਾਂ ਸਟੱਡੀ ਕੀਤੇ, ਬਿਨਾਂ ਪੜ੍ਹੇ ਲਿਖੇ ਇਹਦੇ 'ਚ ਐਂਟਰ ਨਾ ਕਰਿਓ, ਤੁਹਾਡਾ ਨੁਕਸਾਨ ਆ। ਪੜ੍ਹ ਲਿਖ ਕੇ ਐਂਟਰ ਕਰੋਗੇ ਅਤੇ ਤੁਹਾਡਾ ਪ੍ਰੋਫਿਟ ਹੀ ਪ੍ਰੋਫਿਟ ਆ, ਕਮਾਈ ਆ, ਜਿੰਨੀ ਮਰਜ਼ੀ ਕਰ ਲਓ। ਬਿਨਾਂ ਪੜ੍ਹੇ ਲਿਖੇ ਨਾ ਕਰਿਓ, ਇਹ ਤੁਹਾਡਾ ਨੁਕਸਾਨ ਹੈਗਾ। ਔਰ ਇਹਦੇ ਵਿੱਚ ਇਹ ਵੀ ਹੈ ਕਿ ਜਿੰਨੀ ਤੁਸੀਂ ਜਲਦੀ ਐਂਟਰ ਕਰਦੇ ਹੋ ਉਹਨੇ ਜ਼ਿਆਦਾ ਪੈਸੇ ਤੁਸੀਂ ਵੱਧ ਕਮਾਉਂਦੇ ਹੋ। ਤੁਹਾਡੇ ਬੱਚੇ ਨੇ, ਆਪਾਂ ਬੱਚਿਆਂ ਨੂੰ ਪੋਕਟ ਮਨੀ ਦਿੰਦੇ ਹਾਂ, ਉਹਨਾਂ ਨੂੰ ਨਾਲ ਸੇਵਿੰਗ ਵੀ ਸਿਖਾਓ, ਉਹਨਾਂ ਨੂੰ ਸੇਵਿੰਗ ਕਰਨੀ ਸਿਖਾਓ। ਸਿਰਫ ਜੇ ਕੋਈ 18 ਸਾਲ ਦਾ ਵੀ ਬੱਚਾ ਹੈਗਾ ਇਹਦੇ 'ਚ ਐਂਟਰ ਕਰਦਾ ਹੈ ਤਾਂ 40 ਸਾਲ ਦੀ ਉਮਰ 'ਚ ਉਹ ਬਿਲਕੁਲ ਰਿਟਾਇਰ ਹੋ ਸਕਦਾ, ਆਪਣੀ ਰਿਟਾਇਰਮੈਂਟ ਲੈ ਸਕਦਾ, ਆਪਣੀ ਜ਼ਿੰਦਗੀ ਨੂੰ 40 ਸਾਲ ਤੋਂ ਬਾਅਦ ਬਹੁਤ ਵਧੀਆ ਤਰੀਕੇ ਨਾਲ ਉਹ ਬਤੀਤ ਕਰ ਸਕਦਾ, ਆਪਣੀ ਜ਼ਿੰਦਗੀ ਨੂੰ ਇੰਜੋਏ ਕਰ ਸਕਦਾ ਹੈ। ਬਹੁਤ ਆਸਾਨ ਆ। ਆਪਣੇ ਬੱਚਿਆਂ ਨੂੰ ਤੁਸੀਂ ਸੇਵਿੰਗ ਦੀ ਆਦਤ ਪਾਓ, ਉਹਨਾਂ ਨੂੰ ਨਾਲ ਬਿਠਾਓ, ਉਹਨਾਂ ਨੂੰ ਦੱਸੋ ਸੇਵਿੰਗ ਦੇ ਕੀ ਫਾਇਦੇ ਆ, ਉਹਨਾਂ ਨੂੰ ਇਹਦੇ ਵਿੱਚ ਪਾਓ, ਉਹ ਕਾਮਯਾਬ ਹੋਣਗੇ। ਆਪ ਤਾਂ ਤੁਸੀਂ ਕਾਮਯਾਬ, ਉਹਨਾਂ ਨੂੰ ਵੀ ਤੁਸੀਂ ਕਾਮਯਾਬ ਕਰੋ ਤੁਸੀਂ ਬੱਚੇ ਆਪਣਿਆਂ ਨੂੰ। ਔਰ ਮੈਂ ਕਈ ਵਾਰੀ ਬੇਨਤੀ ਕਰਦਾ ਕਿ ਜਦੋਂ ਤੁਸੀਂ ਸਟੋਕ ਮਾਰਕੀਟ 'ਚ ਆਉਣਾ ਤਾਂ ਤੁਹਾਨੂੰ ਪਹਿਲਾਂ ਸੋਸ਼ਲ ਮੀਡੀਆ ਛੱਡਣਾ ਪੈਣਾ ਸਾਰਾ। ਵਟਸਐਪ, ਫੇਸਬੁੱਕ, ਯੂਟਿਊਬ, ਇਹ ਤੁਹਾਨੂੰ ਫਿਲਮਾਂ, ਗਾਣੇ ਸਾਰੇ ਛੱਡਣੇ ਪੈਣੇ ਹੈਗੇ ਆ। ਜੇ ਤੁਸੀਂ ਇਹਨੂੰ ਛੱਡੋਗੇ, ਇਹਦੇ ਵਿੱਚ ਆਉਂਗੇ ਤਾਂ ਤੁਹਾਨੂੰ ਤਾਂ ਹੀ ਫਾਇਦਾ ਹੋਣਾ। ਤੁਸੀਂ ਸਿੱਖੋਗੇ ਅਤੇ ਕੰਮ ਤੁਸੀਂ ਕਰੋਗੇ, ਅੱਗੇ ਤੁਸੀਂ ਵੱਧ ਸਕੋਗੇ। ਆਪਣੇ ਪੋਰਟਫੋਲੀਓ ਤੋਂ ਵੱਧ ਤੁਸੀਂ ਧਿਆਨ ਦਿਓ, ਉਹਨੂੰ ਸਾਂਭੋ। ਆਪਣੇ ਪੋਰਟਫੋਲੀਓ ਨੂੰ ਆਪਣੇ ਬੱਚੇ ਵਾਂਗ ਸਾਂਭੋ। ਅਸੀਂ ਆਪਣੇ ਬੱਚੇ ਨੂੰ ਪੜ੍ਹਾਉਂਦੇ ਹਾਂ, ਲਿਖਾਉਂਦੇ ਹਾਂ ਇਹ ਸੋਚ ਕੇ ਕਿ ਬੁਢਾਪੇ ਵਿੱਚ ਤੁਹਾਡਾ ਸਹਾਰਾ ਬਣੇਗਾ, ਸਾਡਾ ਸਹਾਰਾ ਬਣੂਗਾ, ਸਾਨੂੰ ਸਾਂਭੂਗਾ। ਪੋਰਟਫੋਲੀਓ ਨੂੰ ਇੱਦਾਂ ਹੀ ਸਾਂਭੋ ਕਿ ਉਹ ਬੁਢਾਪੇ 'ਚ ਤੁਹਾਡਾ ਸਹਾਰਾ ਹੀ ਨਾ ਇਕੱਲਾ ਬਣੇ, ਤੁਸੀਂ ਫਿਰ ਆਪਣੀ ਫੈਮਿਲੀ ਦਾ ਸਹਾਰਾ ਬਣ ਕੇ ਰਹੋ। ਤੁਸੀਂ ਉਹਨੂੰ ਪੋਰਟਫੋਲੀਓ 'ਤੇ ਇੱਦਾਂ ਸਾਂਭੋ ਕਿ ਉਹ ਤੁਸੀਂ ਸਾਰੀ ਉਮਰ ਤੁਹਾਨੂੰ ਕਿਸੇ ਵੱਲ ਦੇਖਣਾ ਨਾ ਪਵੇ, ਸਾਰੀ ਉਮਰ ਤੁਹਾਨੂੰ ਕਿਸੇ ਵੱਲ ਦੇਖਣਾ ਨਾ ਪਵੇ। ਆਪਣੀ ਤਨਖਾਹ ਵਿੱਚੋਂ ਹਰ ਮਹੀਨੇ ਕੁਛ ਨਾ ਕੁਛ ਇਨਵੈਸਟਮੈਂਟ ਕਰੋ, ਕੁਛ ਨਾ ਕੁਛ ਤੁਸੀਂ ਇਹ ਖਰੀਦੋ, ਤੁਸੀਂ ਇਹਨੂੰ ਖਰੀਦੋ। ਔਰ ਡੇਲੀ ਘੱਟੋ ਘੱਟ 1 ਘੰਟਾ ਤੁਸੀਂ ਬਿਜ਼ਨਸ ਨਿਊਜ਼ ਪੇਪਰ ਪੜ੍ਹਨੇ ਆ, ਬਿਜ਼ਨਸ ਨਿਊਜ਼ ਪੇਪਰ ਪੜ੍ਹਨੇ ਆ, ਤੁਸੀਂ ਹੋਰ ਕੋਈ ਪੇਪਰ ਨਹੀਂ ਪੜ੍ਹਨੇ ਹੈਗੇ। ਔਰ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦੱਸਣਾ ਚਾਹੁੰਦਾ ਹਾਂ, ਸ਼ਾਇਦ ਆਪ ਜੀ ਨੂੰ ਪਤਾ ਨਹੀਂ ਹੋਊਗਾ। ਜਿਹੜਾ ਪਰਸਨ ਹੈ, ਜਿਹੜਾ ਬੰਦਾ ਬਿਜ਼ਨਸ ਚੈਨਲ ਔਰ ਬਿਜ਼ਨਸ ਨਿਊਜ਼ ਪੇਪਰ ਪੜ੍ਹਦਾ, ਉਹਨੂੰ ਦੁਨੀਆ ਦੀ ਹਰ ਖਬਰ ਪਤਾ ਲੱਗ ਜਾਂਦੀ ਹੈ, ਉਹਨੂੰ ਦੁਨੀਆ ਦੀ ਹਰ ਖਬਰ ਪਤਾ ਲੱਗ ਜਾਂਦੀ। ਔਰ ਖਬਰ ਜਿਹੜੀ ਬਿਲਕੁਲ ਸਹੀ ਹੁੰਦੀ ਹੈ, ਸਟੀਕ ਹੁੰਦੀ ਹੈ, ਕਿਸੇ ਹੋਰ ਆਮ ਅਖਬਾਰ ਵਾਂਗਰ ਕੋਈ ਮਸਾਲਾ ਲਾਇਆ ਨਹੀਂ ਹੁੰਦਾ, ਕੋਈ ਝੂਠ ਨਹੀਂ ਬੋਲਿਆ ਹੁੰਦਾ। ਅੱਜ ਕੱਲ੍ਹ ਪੱਤਰਕਾਰੀ ਨੂੰ ਗੌਰਮੈਂਟਾਂ ਖਰੀਦ ਲੈਂਦੀ ਹੈ, ਆਪਣੇ ਮੁਤਾਬਕ ਚਲਾਉਂਦੀਆਂ ਨੇ, ਜਦ ਕਿ ਬਿਜ਼ਨਸ ਜਿਹੜੇ ਪੇਪਰ ਨੇ, ਬਿਜ਼ਨਸ ਚੈਨਲ ਨੇ, ਉਹਨਾਂ ਉੱਪਰ ਕਿਸੇ ਗੌਰਮੈਂਟ ਦਾ ਕੋਈ ਵੀ ਉਹ ਕੰਟਰੋਲ ਨਹੀਂ ਹੈ, ਕੋਈ ਵੀ ਉਹਨਾਂ ਉੱਪਰ ਕੋਈ ਦਬਾਅ ਨਹੀਂ ਹੈ। ਬਿਜ਼ਨਸ ਚੈਨਲ ਹਮੇਸ਼ਾ ਸਹੀ ਹੀ ਖਬਰ ਦਿੰਦਾ ਹੈ, ਬਿਜ਼ਨਸ ਨਿਊਜ਼ ਪੇਪਰ ਹਮੇਸ਼ਾ ਸਹੀ ਖਬਰ ਦਿੰਦੇ ਆ। ਉਹਨਾਂ ਨੇ ਕੋਈ ਆਪਣੀ ਰੇਟਿੰਗ ਨਹੀਂ ਵਧਾਉਣੀ ਹੁੰਦੀ, ਉਹਨਾਂ ਨੇ ਕੁਛ ਖਬਰਾਂ ਇੱਧਰ ਹੀ ਦੇ ਕੇ ਆਪਣਾ ਅਖਬਾਰ ਨਹੀਂ ਵੇਚਣਾ ਹੁੰਦਾ। ਉਹਨੂੰ ਕੌਣ ਖਰੀਦਦਾ? ਉਹਨੂੰ ਉਹੀ ਖਰੀਦਦਾ ਜਿਹਨੇ ਪੈਸੇ ਕਮਾਉਣੇ ਆ। ਉਹ ਜਿਹਨੇ ਪੈਸੇ ਕਮਾਉਣੇ ਆ ਉਹਨੂੰ ਇੱਧਰ ਹੀ ਖਬਰਾਂ ਨਹੀਂ ਚਾਹੀਦੀਆਂ ਕਿ ਇਹ ਲੜਾਈ ਹੋ ਗਈ ਜੀ, ਇਹਨੇ ਉਹਨੂੰ ਮਾਰਤਾ ਜੀ, ਉਹਨੇ ਉਹਨੂੰ ਮਾਰਤਾ ਜੀ, ਉਹ ਉਹਦੇ ਘਰ ਚੋਰੀ ਹੋ ਗਈ ਜੀ, ਸ਼ਹਿਰ 'ਚ ਆ ਦੰਗਾ ਹੋ ਗਿਆ ਜੀ, ਐਕਸੀਡੈਂਟ ਹੋ ਗਿਆ। ਉਹ ਇੱਧਰ ਦੀ ਖਬਰਾਂ ਨਹੀਂ ਸੁਣਦਾ, ਉਹ ਸਿਰਫ ਇਹ ਖਬਰਾਂ ਦੇ ਵੱਲ ਧਿਆਨ ਦਿੰਦਾ ਕਿ ਕਿਸੇ ਕੰਪਨੀ ਦਾ, ਕਿਸੇ ਬਿਜ਼ਨਸ ਦਾ ਕੀ ਪਲਾਨ ਆ, ਆਉਣ ਵਾਲੇ ਟਾਈਮ 'ਚ ਉਹਨੇ ਬਿਜ਼ਨਸ ਵਧਾਉਣ ਬਾਰੇ ਕੀ ਸੋਚਿਆ।
ਉਹਨੇ ਬਿਜ਼ਨਸ ਬਣਾਉਣ ਲਈ ਕੀ ਸੋਚਿਆ ਹੈਗਾ, ਉਹ ਕੀ ਕਰ ਰਿਹਾ, ਉਹ ਆਪਣੇ ਬਿਜ਼ਨਸ ਨੂੰ ਕਿੰਨਾ ਕੁ ਅੱਗੇ ਲੈ ਕੇ ਜਾਊਗਾ। ਜੋ ਬਿਜ਼ਨਸ ਨੂੰ ਅੱਗੇ ਲੈ ਕੇ ਜਾਊਗਾ ਤਾਂ ਮੈਨੂੰ ਕਿੰਨਾ ਫਾਇਦਾ ਹੋਊਗਾ, ਮੈਂ ਇੱਕ ਹਿੱਸੇਦਾਰ ਹਾਂ ਨਾ। ਦੇਖੋ ਇਹਦੇ 'ਚ ਤੁਸੀਂ ਆਪਾਂ ਹਿੱਸੇਦਾਰੀ ਖਰੀਦ ਰਹੇ ਹਾਂ। ਇਹਦੇ 'ਚ ਆਪਾਂ ਇੱਕ CEO MD ਅਤੇ ਡਾਇਰੈਕਟਰ ਨੂੰ ਆਪਾਂ ਖਰੀਦ ਰਹੇ ਹਾਂ। ਰਿਲਾਇੰਸ ਦੇ ਅੰਬਾਨੀ ਹੈਗਾ, ਆਪਾਂ ਉਹਦੇ ਸ਼ੇਅਰ ਲੈ ਰਹੇ ਹਾਂ। ਜੇ ਸਾਨੂੰ 3 ਮਹੀਨੇ 6 ਮਹੀਨੇ ਵਿੱਚ ਉਹ ਕੁਛ ਗਰੋਥ ਨਹੀਂ ਦਿੰਦਾ ਸੀ, ਅੰਬਾਨੀ ਨੂੰ ਅਸੀਂ ਲੱਤ ਮਾਰ ਕੇ ਕੱਢਾਂਗੇ ਬਾਹਰ, ਬਈ ਮੈਨੂੰ ਤੂੰ ਪਸੰਦ ਨਹੀਂ ਆਇਆ, ਤੇਰੇ 'ਚ ਇਹ ਕਾਬਲੀਅਤ ਹੈ ਨਹੀਂ ਕਿ ਤੂੰ ਮੈਨੂੰ ਪੈਸੇ ਕਮਾ ਕੇ ਦੇਵੇਂ, ਜਾ ਮੈਂ ਤੈਨੂੰ ਨਹੀਂ ਰੱਖਦਾ। ਇੱਥੇ ਆਪਾਂ CEO ਡਾਇਰੈਕਟਰ MD ਨੂੰ ਆਪਾਂ ਹਾਇਰ ਕਰ ਰਹੇ ਹਾਂ, ਆਪਾਂ ਉਹਨਾਂ ਨੂੰ ਨੌਕਰੀ ਦੇ ਰਹੇ ਹਾਂ, ਉਹ ਸਾਡੇ ਲਈ ਕੰਮ ਕਰੇ, ਸਾਨੂੰ ਪੈਸੇ ਕਮਾ ਕੇ ਦੇਵੇ। ਅਸੀਂ ਉਹਨਾਂ ਲਈ ਨੌਕਰੀ ਨਹੀਂ ਕਰ ਰਹੇ, ਉਹ ਸਾਡੇ ਲਈ ਨੌਕਰੀ ਕਰ ਰਹੇ ਆ। ਸਾਨੂੰ ਜੇ ਅੰਬਾਨੀ ਪਸੰਦ ਨਹੀਂ ਤਾਂ ਅਸੀਂ ਅੰਬਾਨੀ ਦੀ ਲੱਤ ਮਾਰ ਕੇ ਕੱਢਾਂਗੇ, ਅਡਾਨੀ ਪਸੰਦ ਨਹੀਂ ਅਡਾਨੀ ਨੂੰ ਲੱਤ ਮਾਰ ਕੇ ਕੱਢਾਂਗੇ। ਅਸੀਂ ਵੈਲਕਮ ਕਰਾਂਗੇ ਉਹਨੂੰ ਜਿਹੜਾ ਗਰੋਥ ਦੇ ਰਿਹਾ ਔਰ ਹਰ ਸਾਲ ਆਪਣੇ ਬਿਜ਼ਨਸ ਨੂੰ ਵਧਾ ਰਿਹਾ, ਡਬਲ ਕਰ ਰਿਹਾ ਹੈਗਾ। ਅਸੀਂ ਉਹਨੂੰ ਵੈਲਕਮ ਕਵਾਂਗੇ। ਅਸੀਂ ਉਹਨਾਂ ਹੀ ਅਸੀਂ ਬਿਜ਼ਨਸ ਵਿੱਚ ਪੈਸਾ ਲਾਵਾਂਗੇ ਜਿੱਥੇ ਸਾਨੂੰ ਪ੍ਰੋਫਿਟ ਮਿਲੇਗਾ। ਅਸੀਂ ਉਹਦੇ 'ਚ ਪੈਸਾ ਨਹੀਂ ਲਾਵਾਂਗੇ ਜੇ ਸਾਨੂੰ ਪ੍ਰੋਫਿਟ ਨਹੀਂ ਮਿਲੂਗਾ। ਅਸੀਂ ਉੱਧਰ MD ਨੂੰ ਪਸੰਦ ਹੀ ਨਹੀਂ ਕਰਦੇ ਜਿਹੜਾ ਸਾਨੂੰ ਪੈਸੇ ਕਮਾ ਕੇ ਨਹੀਂ ਦਿੰਦਾ ਹੈਗਾ। ਠੀਕ ਹੈ ਜੀ। ਅਤੇ ਫਿਰ ਮੈਂ ਦੁਬਾਰਾ ਇਹ ਗੱਲ ਕਰ ਰਿਹਾ ਕਿ ਸਟੋਕ ਮਾਰਕੀਟ ਬਹੁਤ ਹੀ ਆਸਾਨ ਹੈ ਸਿੱਖਣੀ। ਪਹਿਲੀ ਗੱਲ ਤਾਂ ਬਹੁਤ ਆਸਾਨ ਹੈ ਸਿੱਖਣੀ। ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਇਹ ਜਿਹੜਾ ਅਸੀਂ ਲੜੀ ਚਲਾਈ ਹੈ ਇਹਦੇ ਟੋਟਲ 35 ਚੈਪਟਰ ਹੋਣਗੇ। ਅੱਜ ਦੂਆ ਚੈਪਟਰ ਆ, ਦੂਆ ਚੈਪਟਰ ਲੈ ਕੇ ਮੈਂ ਤੁਹਾਡੇ ਅੱਗੇ ਆਇਆ ਹੈਗਾ। ਤੁਹਾਡੀ ਕੋਈ ਵੀ ਇਨਕੁਆਇਰੀ ਹੋਵੇ ਤੁਸੀਂ ਮੈਨੂੰ ਮੋਬਾਈਲ 'ਤੇ ਫੋਨ ਕਰ ਸਕਦੇ ਹੋ, ਮੈਂ ਅਵੇਲੇਬਲ ਹਾਂ। ਮੈਂ ਤੁਹਾਡੀ ਹਰ ਗੱਲ ਦਾ ਜਵਾਬ ਦਊਂਗਾ। ਔਰ ਜਿਹੜੀ ਅਸੀਂ ਟ੍ਰੇਨਿੰਗ ਦਿੰਦੇ ਹਾਂ, ਇਹ ਟ੍ਰੇਨਿੰਗ ਤੋਂ ਬਾਅਦ ਅਸੀਂ ਫੋਰ ਲਾਈਫ ਤੁਹਾਡੀ ਸਪੋਰਟ ਦੇਵਾਂਗੇ, ਤੁਹਾਨੂੰ ਸਾਰੀ ਉਮਰ ਲਈ। ਇਹ ਨਹੀਂ ਹੈਗਾ ਕਿ ਮੈਂ ਤੁਹਾਨੂੰ ਟ੍ਰੇਨਿੰਗ ਦੇ ਕੇ ਜਾਂ ਮੇਰੀ ਟੀਮ ਤੁਹਾਨੂੰ ਟ੍ਰੇਨਿੰਗ ਦੇ ਕੇ ਤੁਹਾਨੂੰ ਛੱਡ ਦਿੰਦੀ ਆ, ਬਾਅਦ 'ਚ ਤੁਹਾਡਾ ਫੋਨ ਅਟੈਂਡ ਨਹੀਂ ਕਰਦੀ ਹੈਗੀ, ਤੁਹਾਨੂੰ ਗਾਈਡੈਂਸ ਨਹੀਂ ਦਿੰਦੀ, ਤੁਹਾਨੂੰ ਗਾਈਡ ਨਹੀਂ ਕਰਦੀ ਵੀ ਤੁਸੀਂ ਗਲਤ ਸ਼ੇਅਰ ਨਾ ਖਰੀਦ ਲਿਓ, ਤੁਹਾਨੂੰ ਟਰੈਂਡ ਨਹੀਂ ਪਤਾ ਲੱਗਦਾ ਹੈਗਾ। ਉਹ ਹਰ ਸ਼ੇਅਰ ਖਰੀਦਣ ਤੋਂ ਪਹਿਲਾਂ ਅਸੀਂ ਆਪਣੇ ਹਰ ਸਟੂਡੈਂਟ ਨੂੰ ਇਹ ਕਹੀਦਾ ਕਿ ਤੁਸੀਂ ਕੋਈ ਵੀ ਸ਼ੇਅਰ ਬਾਏ ਕਰਨਾ ਨਾ, ਪਹਿਲਾਂ ਤੁਸੀਂ ਮੈਨੂੰ ਕਾਲ ਕਰ ਲੈਣੀ, ਮੇਰੀ ਟੀਮ ਨੂੰ ਕਾਲ ਕਰ ਲੈਣੀ ਹੈ। ਅਸੀਂ ਤੁਹਾਨੂੰ ਅਸੀਂ ਬੈਲੈਂਸ ਸ਼ੀਟਾਂ ਪੜ੍ਹ ਲਈਏ, ਅਸੀਂ ਉਹਦਾ ਪ੍ਰੋਸਪੈਕਟ ਪੜ੍ਹ ਲਈਏ, ਭਵਿੱਖ 'ਚ ਕੀ ਕਰ ਸਕਦੀ ਆ, ਸਾਨੂੰ ਕੀ ਪ੍ਰੋਫਿਟ ਦੇ ਸਕਦੀ ਹੈ। ਅਸੀਂ ਤਾਂ ਹੀ ਰਿਕਮੈਂਡ ਕਰਾਂਗੇ ਤੁਹਾਨੂੰ ਸ਼ੇਅਰ ਲੈਣ ਲਈ, ਉੱਦਾਂ ਨਹੀਂ ਕਰਦੇ ਹੈਗੇ। ਅਸੀਂ ਹਰ ਸਟੂਡੈਂਟ ਨੂੰ ਇਹ ਕਹਿੰਦੇ ਕਿ ਬਿਨਾਂ ਤੁਸੀਂ ਆਪਣੀ ਸਟੱਡੀ 'ਤੇ ਕੁਛ ਨਹੀਂ ਲੈਣਾ ਹੈਗਾ। ਸਭ ਤੋਂ ਪਹਿਲਾਂ ਕੋਈ ਵੀ ਆਪਾਂ ਜੇ ਸ਼ੇਅਰ ਲੈਣਾ ਤਾਂ ਪਹਿਲਾਂ ਤੁਸੀਂ ਉਹਦੀ ਬੈਲੈਂਸ ਸ਼ੀਟ ਦੇਖੋ ਕਿ ਉਹਦੇ ਜਿਹੜੀ ਹਾਇਰ ਮੈਨੇਜਮੈਂਟ ਆ ਉਹਦੇ 'ਚ ਕੌਣ ਆ, ਉਹਨਾਂ ਦੀ ਕੁਆਲੀਫਿਕੇਸ਼ਨ ਕੀ ਆ, ਉਹਨਾਂ ਦਾ ਤਜਰਬਾ ਕੀ ਆ, ਉਸ ਬਿਜ਼ਨਸ ਨੂੰ ਕਿੰਨਾ ਕੁ ਅੱਗੇ ਲਿਜਾ ਸਕਦੇ ਆ, ਉਹ ਅੱਗੇ ਲਿਜਾ ਵੀ ਸਕਦੇ ਆ ਕਿ ਨਹੀਂ ਲਿਜਾ ਸਕਦੇ, ਕਿ ਪਿੱਛੇ ਲੈ ਕੇ ਆਉਣਗੇ ਬਿਜ਼ਨਸ ਨੂੰ। ਇਹ ਆਪਾਂ ਦੇਖਣਾ ਕਿ ਉਹਦੇ ਕੋਲ ਮੈਨ ਪਾਵਰ ਕਿੰਨੀ ਆ, ਉਸ ਬਿਜ਼ਨਸ ਵਾਲੇ ਕੋਲ ਕੈਸ਼ ਫਲੋ ਕਿੰਨਾ, ਉਹਦੇ ਕੋਲ ਕੈਸ਼ ਪੈਸਾ ਕਿੰਨਾ ਪਿਆ ਹੋਇਆ, ਲੋੜ ਪੈਣ 'ਤੇ ਉਹ ਆਪਣੇ ਜ਼ਰੂਰਤਾਂ ਨੂੰ ਉਸ ਕੈਸ਼ ਫਲੋ ਨਾਲ ਪੂਰਾ ਕਰ ਸਕਦਾ ਕਿ ਨਹੀਂ ਕਰ ਸਕਦਾ। ਇਹ ਅਸੀਂ ਜ਼ਰੂਰ ਦੇਖਣਾ ਹੈਗਾ। ਅਸੀਂ ਇਹ ਦੇਖਣਾ ਕਿ ਉਹ ਆਉਣ ਵਾਲੇ ਟਾਈਮ 'ਚ ਕੀ ਕਰਨ ਜਾ ਰਿਹਾ। ਤੁਸੀਂ ਨਿਗਾਹ ਮਾਰੋ, ਆਪਾਂ 2021 'ਚ ਬੈਠੇ ਹੋਏ ਹਾਂ। ਸਰਕਾਰ ਦੀਆਂ ਪਾਲਿਸੀ ਹੈਗੀ ਆ ਕਿ ਆਪਾਂ